ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਵਿਰਸਾ ਸਿੰਘ ਵਲਟੋਆ ਜੁੜੇ ਨੇ, ਸੀਨੀਅਰ ਅਕਾਲੀ ਆਗੂ ਨੇ। ਵਲਟੋਆ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਵਿੱਚ। ਕਿਸ ਤਰੀਕੇ ਨਾਲ ਵੇਖਦੇ ਹੋ ਜਥੇਦਾਰ ਸਾਹਿਬ ਦਾ ਬਿਆਨ? ਤੁਸੀਂ ਸੁਣ ਲਿਆ ਹੋਣਾ, ਉਹਨਾਂ ਨੇ ਕਿਹਾ ਕਿ ਜੇ ਕੋਈ ਬਾਹਰਲਾ ਕਰਦਾ ਤਾਂ ਅਸੀਂ ਗਲ 'ਚ ਹੱਥ ਪਾ ਲੈਂਦੇ ਸੀ, ਪਰ ਹੁਣ ਅਸੀਂ ਕਿਹਨੂੰ ਫੜੀਏ? ਸਾਡੇ 'ਚ ਹੀ ਬੈਠੇ ਲੋਕ ਨੇ ਜਿਹੜੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੇ ਨੇ। ਸੋ ਇਹਦਾ ਭਾਵ ਕੀ ਸਮਝਦੇ ਹੋ ਤੁਸੀਂ? ਦੇਖੋ ਵਿਜੇਪਾਲ, ਸਭ ਤੋਂ ਪਹਿਲੀ ਤੇ ਗੱਲ ਹੈ ਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਨੇ ਜੀ, ਉਹ ਕੌਮ ਨੂੰ ਅਗਵਾਈ ਦੇਣ ਵਾਲੇ ਸਾਡੇ ਪ੍ਰਮੁੱਖ ਹੁੰਦੇ ਨੇ ਜੀ ਜੀ, ਜਿਹੜੇ ਕੌਮ ਨੂੰ ਸਿਧਾਂਤਕ ਤੌਰ ਤੇ ਔਰ ਮਰਿਆਦਾ ਦੇ ਤੌਰ ਤੇ ਸਿੱਖੀ ਸੋਚ ਦੇ ਮੁਤਾਬਕ ਜਿਹੜੇ ਅਗਵਾਈ ਦਿੰਦੇ ਨੇ, ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਮੁੱਖ ਤੌਰ ਤੇ ਗਿਣੇ ਜਾਂਦੇ ਨੇ। ਔਰ ਜਿੱਥੇ ਜਥੇਦਾਰ ਸਾਹਿਬ ਹੋਰਾਂ ਨੇ ਸਿਧਾਂਤਕ ਗੱਲ ਕੀਤੀ ਹੈ, ਉੱਥੇ ਨਾਲ ਹੀ ਉਹਨਾਂ ਨੇ ਜਿਹੜਾ ਉਹਨਾਂ ਦੇ ਮਨ 'ਚ ਦਰਦ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਜਾਂ ਸਿੱਖ ਸੰਸਥਾਵਾਂ ਵੱਲ ਉੱਠਣ ਵਾਲੀ ਅੱਖ ਜਾਂ ਉਂਗਲ ਕਦੇ ਸਿੱਖਾਂ ਨੇ ਬਰਦਾਸ਼ਤ ਨਹੀਂ ਸੀ ਕੀਤੀ, ਤੇ ਅੱਜ ਬਾਹਾਂ ਮਾਰ ਮਾਰ ਕੇ ਆਪ ਹੀ ਉਹਨਾਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਜਿਹੜਾ ਚਾਹੇ ਕੋਈ ਧੜੇ ਨੇ, ਚਾਹੇ ਕੋਈ ਵਿਅਕਤੀ ਨੇ, ਚਾਹੇ ਕੋਈ ਵਿਸ਼ੇਸ਼ ਵਿਅਕਤੀ ਨੇ, ਉਹ ਅਜਿਹਾ ਕੂੜ ਪ੍ਰਚਾਰ ਕਰਦੇ ਨੇ ਜਿਹਦੇ ਨਾਲ ਉਹ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਬੜੀਆਂ ਸ਼ਕਤੀਸ਼ਾਲੀ ਸੀਗੀਆਂ ਜੀ, ਅੱਜ ਇੱਕ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਕਿ ਅੱਜ ਉਹਨਾਂ ਦੀ ਹਾਸੋਹੀਣ ਸਥਿਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਔਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਜਿਹੜੇ ਸ਼ਬਦ ਨੇ, ਉਹ ਹਮੇਸ਼ਾ ਹੀ ਸ਼ਬਦਾਂ ਦੀ ਬੜੀ ਸੁਚੱਜੀ ਵਰਤੋਂ ਕਰਦੇ ਨੇ ਔਰ ਬਹੁਤ ਪੜ੍ਹੇ ਲਿਖੇ ਤੇ ਸੂਝਵਾਨ ਨੇ। ਅੱਜ ਉਹਨਾਂ ਨੇ ਉਹਨਾਂ ਸ਼ਬਦਾਂ ਦੇ ਜਿਹੜੀ ਵਰਤੋਂ ਕਰਕੇ ਜਿੱਥੇ ਉਹਨਾਂ ਨੇ ਵਿਰੋਧੀਆਂ ਦੇ ਉੱਤੇ ਕਿਹਾ ਕਿ ਜਦੋਂ ਵਿਰੋਧੀ ਸਾਡੇ ਤੇ ਕਰਦੇ ਨੇ ਤੇ ਵਿਰੋਧੀਆਂ ਦੇ ਅਸੀਂ ਗਲਮੇ 'ਚ ਹੱਥ ਪਾਉਣਾ ਵੀ ਜਾਣਦੇ ਹਾਂ, ਪਰ ਦੁੱਖ ਇਸ ਗੱਲ ਦਾ ਕਿ ਅੱਜ ਸਾਡੇ ਹੀ ਆਪਣੇ ਹੀ ਦੇਖੋ, ਸਾਡੇ ਕੋਲ 4 ਸੰਸਥਾਵਾਂ ਨੇ ਜੀ ਜੀ। ਸਭ ਤੋਂ ਪਹਿਲਾ ਹੈ ਸ਼੍ਰੀ ਅਕਾਲ ਤਖਤ ਸਾਹਿਬ, ਫਿਰ ਉਸ ਤੋਂ ਬਾਅਦ ਹੈ ਦਮਦਮੀ ਟਕਸਾਲ ਜੀ, ਫਿਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ, ਫਿਰ ਹੈ ਸ਼੍ਰੋਮਣੀ ਅਕਾਲੀ ਦਲ। ਇਹ ਸਿੱਖ ਪੰਥ ਦੀਆਂ ਨੁਮਾਇੰਦਾ ਜਿਹੜੀਆਂ 4 ਦਰਜਾ ਬਦਰਜਾ ਸੰਸਥਾਵਾਂ ਨੇ। ਔਰ ਤੁਸੀਂ ਦਿੱਲੀ ਕਮੇਟੀ ਨੂੰ ਨਹੀਂ ਵਿੱਚ ਗਿਣਦੇ? ਨਹੀਂ, ਦਿੱਲੀ ਕਮੇਟੀ ਆਪਣੇ ਥਾਂ ਤੇ ਹੈ। ਫਿਰ ਇਸ ਤਰ੍ਹਾਂ ਤੇ ਹਜ਼ੂਰ ਸਾਹਿਬ ਦਾ ਬੋਰਡ ਵੀ ਆ ਜਾਊਗਾ, ਫਿਰ ਇਸ ਤਰ੍ਹਾਂ ਤੇ ਪਟਨਾ ਸਾਹਿਬ ਦਾ ਬੋਰਡ ਵੀ ਆ ਜਾਊਗਾ। ਜਿਹੜੀ ਸੰਸਥਾਵਾਂ ਤੇ ਹੈ ਨੇ ਨਾ ਵਲਟੋਆ ਸਾਹਿਬ। ਨਹੀਂ, ਮੈਂ ਉਹੀ ਲੱਗਾ ਗੱਲ ਕਰਨਾ ਜੀ। ਸੰਸਥਾਵਾਂ ਦੀ ਗੱਲ ਜਿਹੜੀ ਹੈ, ਮੈਂ ਜਿਹੜੀਆਂ ਪ੍ਰਮੁੱਖ 4 ਗਿਣੀਆਂ ਜਾਂਦੀਆਂ ਨੇ, ਫਿਰ ਤੇ ਹੋਰ ਤਾਂ ਬਹੁਤ ਕੁਛ ਹੈ। ਹਰ ਸੰਸਥਾ ਚਾਹੇ ਨਿੱਕੀ ਹੈ, ਚਾਹੇ ਵੱਡੀ ਹੈ, ਚਾਹੇ ਉਸ ਤੋਂ ਵੱਡੀ ਹੈ, ਹਰੇਕ ਦਾ ਆਪੋ ਆਪਣਾ ਇੱਕ ਦਰਜਾ ਹੈ, ਆਪੋ ਆਪਣਾ ਇੱਕ ਸਥਾਨ ਹੈ। ਪਰ ਜਿਹੜੀਆਂ ਪ੍ਰਮੁੱਖ ਨੇ 4, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕੌਮ ਨੂੰ ਅਗਵਾਈ ਦੇਣ ਵਾਸਤੇ ਸਿਰਜਿਆ। ਦਮਦਮੀ ਟਕਸਾਲ ਦਾ ਜਿਹਦਾ ਆਪਣਾ ਇੱਕ ਇਤਿਹਾਸ ਹੈ, ਜਿਹਨੇ ਹਮੇਸ਼ਾ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸੀਨਾ ਬਸੀਨਾ ਕੌਮ ਦੀ ਅਗਵਾਈ ਕੀਤੀ ਹੈ। ਕੌਮ ਦੀ ਖਾਤਰ ਜਿੱਥੇ ਵਿੱਦਿਆ ਦਿੱਤੀ ਹੈ, ਉੱਥੇ ਕੌਮ ਦੀ ਖਾਤਰ ਸਿਰ ਵੀ ਦਿੱਤੇ ਨੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ, ਸਾਡੇ ਸਿੱਖ ਸਮਾਜ ਨੇ, ਸਿੱਖ ਕੌਮ ਨੇ ਬੜੀ ਵੱਡੀ ਜਦੋਜਹਿਦ ਕਰਕੇ ਹੋਂਦ ਵਿੱਚ ਲਿਆਂਦੀ ਔਰ ਇੱਕੋ ਇੱਕ ਦੁਨੀਆ ਦੀ ਧਾਰਮਿਕ ਜਿਹੜੀ ਹੈ ਜਿਹੜੀ ਸੰਸਥਾ ਆ, ਜਿਹੜੀ ਵੋਟਾਂ ਦੇ ਨਾਲ ਚੁਣੀ ਜਾਂਦੀ ਹੈ। ਔਰ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿਰਜਿਆ ਗਿਆ। ਇਹ ਜਿਹੜੀਆਂ ਸੰਸਥਾਵਾਂ ਨੇ, ਇਹ ਉੱਥੇ ਮਤਲਬ ਇੱਕ ਸਾਡੀ ਕੌਮ ਦੇ ਵੱਲੋਂ ਸਿਰਜੀਆਂ ਗਈਆਂ ਨੇ। ਬਗਾਨੇ ਹਮਲੇ ਕਰਦੇ ਰਹੇ ਨੇ, ਉਹਨਾਂ ਦਾ ਮੂੰਹ ਤੋੜ ਜਵਾਬ ਦਿੰਦੇ ਰਹੇ ਆ, ਪਰ ਜਦੋਂ ਆਪਣੇ ਉੱਠ ਕੇ ਕਿੰਤੂ ਪ੍ਰੰਤੂ ਕਰਦੇ ਨੇ ਨਾ, ਤੇ ਫਿਰ ਉਹ ਲੋਕ ਕਰਦੇ ਨੇ ਜਿਨ੍ਹਾਂ ਦੇ ਪਿੱਛੇ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਮਕਸਦ ਹੁੰਦਾ ਆ। ਮੈਂ ਕਹਿੰਦਾ ਕਿ ਇੱਕ ਹੋਰ ਹੈ, ਮੰਨ ਲਓ ਜੇ ਕਿਸੇ ਸ਼ਖਸੀਅਤ 'ਚ, ਉਸ ਸੰਸਥਾ ਨਾਲ ਜੁੜੀ ਹੋਈ ਸ਼ਖਸੀਅਤ ਦੇ ਵਿੱਚ ਕੋਈ ਨੁਕਸ ਹੈ, ਤੁਸੀਂ ਉਹਦਾ ਕਿੰਤੂ ਪ੍ਰੰਤੂ ਕਰ ਸਕਦੇ ਜੀ। ਤੁਸੀਂ ਸੰਸਥਾ ਨੇ ਕਮਜ਼ੋਰ ਕਰਕੇ ਰੱਖਦੇ ਹੋ। ਠੀਕ ਹੈ, ਤੁਸੀਂ ਆ ਰਹੇ ਹੋ ਉਸ ਗੱਲ ਤੇ। ਮੈਂ ਤੁਸੀਂ ਬਣੇ ਰਹਿਣਾ ਵਲਟੋਆ ਸਾਹਿਬ, ਤੁਸੀਂ ਬਣੇ ਰਹਿਣਾ। ਸਾਡੇ ਨਾਲ ਹਰਮੀਤ ਸਿੰਘ ਕਾਲਕਾ ਵੀ ਜੁੜ ਗਏ ਨੇ, ਪ੍ਰਧਾਨ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ। ਕਾਲਕਾ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਵਿੱਚ। ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਗੱਲ ਵਲਟੋਆ ਸਾਹਿਬ ਕਰ ਰਹੇ ਨੇ? ਜਥੇਦਾਰ ਸਾਹਿਬ ਦਾ ਬਿਆਨ ਤੁਸੀਂ ਸੁਣ ਲਿਆ ਹੋਣਾ। ਸਿੱਧਾ ਉਹਨਾਂ ਨੇ ਕਿਹਾ ਕਿ ਸਿੱਖ ਹੀ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੇ ਨੇ। ਦੇਖੋ, ਮੈਂ ਬੜਾ ਸਤਿਕਾਰ ਕਰਦਾ ਜਥੇਦਾਰ ਸਾਹਿਬ ਦੀ ਗੱਲ ਦਾ ਜੀ, ਔਰ ਉਹਨਾਂ ਨੇ ਹਮੇਸ਼ਾ ਬਹੁਤ ਵਧੀਆ ਸੰਦੇਸ਼ ਕੌਮ ਨੂੰ ਦਿੱਤਾ, ਬਹੁਤ ਵਧੀਆ
ਸਾਨੂੰ ਆਦੇਸ਼ ਦਿੱਤੇ ਨੇ ਔਰ ਉਹਨਾਂ ਦੀ ਗੱਲ ਬਿਲਕੁਲ ਠੀਕ ਹੈ ਕਿ ਇਹ ਜਿਹੜੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਾਲੇ ਲੋਕ ਨੇ, ਭਾਵੇਂ ਉਹ ਕਿਧਰੇ ਵੀ ਰਹੇ ਹੋਣ, ਭਾਵੇਂ ਕਈ ਸਾਲ ਆਪਣੇ ਰਾਜ ਭਾਗ 'ਚ ਰਹੇ ਹੋਣ, ਭਾਵੇਂ ਕਿੱਥੇ ਵੀ ਰਹੇ ਹੋਣ, ਮਗਰ ਕਮਜ਼ੋਰ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਹਮੇਸ਼ਾ ਕੌਮ ਨੂੰ ਕੀਤੀਆਂ ਜਾਂਦੀਆਂ ਰਹੀਆਂ, ਉਹਨੂੰ ਮਿਲ ਕੇ ਕਰਨਾ ਚਾਹੀਦਾ। ਔਰ ਮੈਂ ਤੇ ਚਾਹੁੰਦਾ ਵਾਂ ਕਿ ਜਥੇਦਾਰ ਸਾਹਿਬ ਆਦੇਸ਼ ਦੇਣ ਪੂਰੀ ਕੌਮ ਨੂੰ ਕਿ ਬਈ ਇਹ ਕੰਮ ਇਸ ਤਰੀਕੇ ਦੇ ਨਾਲ ਹੋਣੇ ਚਾਹੀਦੇ ਨੇ ਜਿਹਦੇ ਨਾਲ ਕੌਮ ਦੀ ਚੜ੍ਹਦੀ ਕਲਾ ਹੋਏ ਔਰ ਆਪਸ ਵਿੱਚ ਵੰਡੀਆਂ ਨਾ ਪੈ। ਤੁਸੀਂ ਕਾਲਕਾ ਸਾਹਿਬ ਇਹ ਸਮਝਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਵਿੱਚ ਦਫ਼ਤਰ ਖੋਲ੍ਹਿਆ ਗਿਆ ਔਰ ਉਸ ਚੀਜ਼ ਵੱਲ ਇਸ਼ਾਰਾ ਹੈ ਜਥੇਦਾਰ ਸਾਹਿਬ ਦੇ ਇਸ ਬਿਆਨ ਦਾ? ਦੇਖੋ, ਅਗਰ ਜਥੇਦਾਰ ਸਾਹਿਬ ਨੂੰ ਇਹ ਗੱਲ ਨਹੀਂ ਮਾਫਕ ਆਉਂਦੀ ਜਾਂ ਉਹਨਾਂ ਦੇ ਉੱਤੇ ਕਿਸੇ ਕਿਸਮ ਦਾ ਕਿਹਾ ਜਾ ਰਿਹਾ ਕਿ ਬਈ ਇਹਨੂੰ ਇਹੋ ਜਿਹੇ ਬਿਆਨ ਦਿਓ, ਮੈਂ ਨਹੀਂ ਸਮਝ ਆਉਂਦਾ। ਮਗਰ ਪ੍ਰਬੰਧ ਨੂੰ ਧਰਮ ਪ੍ਰਚਾਰ ਦਾ ਕੰਮ ਕਰਨ ਨੂੰ ਇਸੇ ਜਥੇਦਾਰ ਸਾਹਿਬ ਨੂੰ ਲੱਗਦਾ ਹੈ ਕਿ ਅਸੀਂ ਕੰਮ ਗਲਤ ਕਰ ਰਹੇ, ਸਾਨੂੰ ਆਦੇਸ਼ ਦੇ ਦੇ ਕਿ ਬਈ ਤੁਸੀਂ ਨਹੀਂ ਕਰਨਾ ਕੰਮ, ਇਹਦੇ ਲਈ ਬਾਕੀ ਦੇ ਲੋਕ ਕਰ ਲੈਣਗੇ। ਕਿਉਂਕਿ ਮੈਨੂੰ ਬੜਾ ਅਫਸੋਸ ਹੋਇਆ ਹੁਣੇ ਗੱਲ ਸੁਣ ਕੇ ਜਥੇਦਾਰ ਸਾਹਿਬ ਹੁਣੇ ਗੱਲ ਕਰ ਰਹੇ ਨੇ ਜਿਹੜੀ ਵਲਟੋਆ ਸਾਹਿਬ, ਕਿ ਜਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਜਥੇਬੰਦੀ ਨਹੀਂ ਮੰਨਦੇ, ਨੁਮਾਇੰਦਾ ਜਿਹੜੀ 10 ਲੱਖ ਸਿੱਖਾਂ ਦੀ ਅਗਵਾਈ ਕਰਦੀ ਹੈ, ਤੇ ਫਿਰ ਇਹ ਗੱਲਾਂ ਹੀ ਨਹੀਂ ਕੋਈ ਰਹਿ ਜਾਂਦੀਆਂ ਆਪਸ ਵਿੱਚ ਗੱਲ ਕਰਨ ਦੀ ਇਸ ਮਾਮਲੇ ਦੇ ਬਾਰੇ। ਜਥੇਦਾਰ ਸਾਹਿਬ ਸਾਨੂੰ ਜੋ ਹੁਕਮ ਕਰਨਗੇ ਸਿਰ ਮੱਥੇ ਦੇ ਉੱਤੇ ਉਹ ਕਹਿ ਦੇਣ ਕਿ ਇਹ ਕੰਮ ਤੁਸੀਂ ਠੀਕ ਨਹੀਂ ਕਰ ਰਹੇ, ਤੁਹਾਨੂੰ ਧਰਮ ਪ੍ਰਚਾਰ ਦੀ ਗੱਲ ਨਹੀਂ ਕਰਨੀ ਚਾਹੀਦੀ, ਤੁਹਾਨੂੰ ਜਿਹੜੇ ਲੋਕ ਧਰਮ ਪਰਿਵਰਤਨ ਹੋ ਰਿਹਾ ਉਹਨਾਂ ਨੂੰ ਵਾਪਸ ਲਿਆਉਣ ਦੀ ਗੱਲ ਨਹੀਂ ਕਰਨੀ ਚਾਹੀਦੀ, ਤੇ ਅਸੀਂ ਵਾਪਸ ਆ ਜਾਂਦੇ ਹਾਂ। ਇਹਦੇ 'ਚ ਕੋਈ ਟਕਰਾਵ ਤੇ ਹੈ ਨਹੀਂ। ਅਸੀਂ ਤੇ ਮਨਾ ਨਹੀਂ ਕੀਤਾ ਕਿ ਬਈ ਕੋਈ ਸੰਸਥਾ ਕੰਮ ਨਹੀਂ ਕਰਦੀ, ਅਸੀਂ ਕਹਿ ਰਹੇ ਸਾਰੇ ਬਹੁਤ ਵਧੀਆ ਕੰਮ ਕਰ ਰਹੇ, ਮਗਰ ਗੁਰੂ ਘਰ ਸਿੱਖ ਹੋਣ ਦੇ ਨਾਤੇ ਸਾਡੇ ਤੇ ਲੋਕ ਪਰ ਕਾਲਕਾ ਸਾਹਿਬ ਤੁਸੀਂ ਇਹ ਸਮਝਦੇ ਹੋ ਵੀ ਏਦਾਂ ਵੱਖ-ਵੱਖ ਚੱਲਣਾ ਹੀ ਸੰਸਥਾਵਾਂ ਨੂੰ ਕਮਜ਼ੋਰ ਕਰਦਾ ਹੈ ਬਜਾਏ ਇੱਕੇ ਦੇ? ਦੇਖੋ, ਇਹ ਤੇ ਅਸੀਂ ਕਿਸੇ ਨੂੰ ਕੀਤਾ ਨਹੀਂ, ਅਸੀਂ ਤਾਂ ਸਿੱਧਾ ਦਿੱਤਾ। ਅਸੀਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵੀ ਉੱਥੇ ਬੁਲਾਇਆ, ਅਸੀਂ ਦਮਦਮੀ ਟਕਸਾਲ ਤੋਂ ਬੰਦੇ ਬੁਲਾਏ, ਨਿਹੰਗ ਸਿੰਘ ਜਥੇਬੰਦੀਆਂ ਤੋਂ ਬੁਲਾਏ, ਔਰ ਸਭ ਕੋਲ ਅਗਲਾ ਜਿਹੜਾ ਸੈਮੀਨਾਰ ਵੀ ਕਰਕੇ ਅਸੀਂ ਰੂਪ ਰੇਖਾ ਬਣਾਉਣੀ ਹੈ, ਸਭ ਨੂੰ ਲੈ ਕੇ ਚੱਲਣਾ ਹੈ। ਅਸੀਂ ਤੇ ਇਹ ਇੱਕੋ ਗੱਲ ਬਾਰ-ਬਾਰ ਕਹੀ ਜਾ ਰਹੇ ਹਾਂ ਕਿ ਅਸੀਂ ਕੋਆਰਡੀਨੇਟ ਕਰਕੇ ਸਾਰਿਆਂ ਨੂੰ ਜਿੱਥੇ ਕਮੀਆਂ ਆਈਆਂ ਨੇ ਉਹਦੀ ਕਮੀ ਤੇ ਲੱਭੀਏ। ਅਸੀਂ ਸਿਰਫ ਆਪਸ ਵਿੱਚ ਗੱਲਾਂ ਕਰਦੇ ਰਹਿੰਦੇ ਹਾਂ, ਕਮੀ ਬਾਰੇ ਤੇ ਕਿਸੇ ਨੇ ਗੱਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸੋ ਇਸ ਕਰਕੇ ਮੈਂ ਸਮਝਦਾ ਕਿ ਜਥੇਦਾਰ ਸਾਹਿਬ ਦੀ ਬਹੁਤ ਵੱਡੀ ਜ਼ਿੰਮੇਵਾਰੀ ਕਿਸੇ ਕੌਮ ਦੇ ਹਮੇਸ਼ਾ ਉਹਨਾਂ ਨੇ ਅਗਵਾਈ ਕੀਤੀ ਹੈ, ਉਹਨਾਂ ਨੂੰ ਆਦੇਸ਼ ਦੇਣਾ ਚਾਹੀਦਾ। ਜੇ ਉਹਨਾਂ ਨੂੰ ਲੱਗਦਾ ਕਿ ਦਿੱਲੀ ਕਮੇਟੀ ਨੂੰ ਇਹ ਕੰਮ ਧਰਮ ਪ੍ਰਚਾਰ ਤੇ ਨਹੀਂ ਕਰਨੇ ਚਾਹੀਦੇ, ਦਿੱਲੀ ਕਮੇਟੀ ਨੂੰ ਦਿੱਲੀ ਤੱਕ ਸੀਮਿਤ ਰਹਿਣ ਦੇਣਾ ਚਾਹੀਦਾ, ਅਸੀਂ ਉਹਦੇ ਲਈ ਵੀ ਤਿਆਰ ਹਾਂ। ਅਗਰ ਸਾਡੀ ਜ਼ਿੰਮੇਵਾਰੀ ਗੁਰੂ ਕਾ ਸਿੱਖ ਹੋਣ ਦੇ ਨਾਤੇ ਅਗਰ ਮੈਂ ਖੁਦ ਪਰਸਨਲੀ ਕਿਸੇ ਦਾ ਅਗਰ ਜਾਣਾ ਚਾਹਾਂ ਤਾਂ ਮੈਂ ਤਾਂ ਵੀ ਜਾ ਸਕਦਾ ਹਾਂ, ਬਟ ਜਥੇਬੰਦੀ ਨੂੰ ਹੈਡ ਕਰਦੇ ਹੋਏ, ਦਿੱਲੀ ਕਮੇਟੀ ਨੂੰ ਹੈਡ ਕਰਦੇ ਹੋਏ ਮੇਰੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਲੋਕਾਂ ਦੀ ਅਪੇକ୍ଷା ਸਾਡੇ ਤੋਂ ਨੇ। ਔਰ ਅਪੇक्षा ਕਿਉਂ ਬਣੀ ਹੈ ਮੈਂ ਉਹਦੇ ਵਿੱਚ ਵਿਸਤਾਰ ਦੇ ਉੱਤੇ ਬਹਿਸ ਵਿੱਚ ਨਹੀਂ ਪੈਣਾ ਚਾਹੁੰਦਾ, ਉਹ ਤੁਹਾਨੂੰ ਸਾਰਿਆਂ ਨੂੰ ਬੜੇ ਅੱਛੀ ਤਰੀਕੇ ਪਤਾ ਹੈ। ਠੀਕ ਹੈ। ਸਾਡੇ ਨਾਲ ਮਨਜਿੰਦਰ ਸਿੰਘ ਸਿਰਸਾ ਵੀ ਜੁੜ ਗਏ ਨੇ। ਸਿਰਸਾ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ? ਵਲਟੋਆ ਸਾਹਿਬ ਬਣੇ ਹੋਏ ਨੇ, ਮੈਂ ਉਹਨਾਂ ਕੋਲੋਂ ਜਵਾਬ ਲਊਂਗਾ, ਪਰ ਸਿਰਸਾ ਸਾਹਿਬ ਤੁਸੀਂ ਜਥੇਦਾਰ ਸਾਹਿਬ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਕਿ ਸਿੱਖ ਹੀ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੇ ਨੇ? ਪਿਛਲੇ ਸਮੇਂ ਦੇ ਵਿੱਚ ਵਾਰ-ਵਾਰ ਵਿਰੋਧੀਆਂ ਦਾ ਜ਼ਿਕਰ ਹੁੰਦਾ ਹੈ, ਕਾਲਕਾ ਸਾਹਿਬ ਨੇ ਵੀ ਜ਼ਿਕਰ ਕੀਤਾ, ਵਲਟੋਆ ਸਾਹਿਬ ਨੇ ਵੀ ਜ਼ਿਕਰ ਕੀਤਾ, ਵਿਰੋਧੀ ਹੈ ਕੌਣ ਨੇ? ਨਹੀਂ, ਇਹ ਤੇ ਹੁਣ ਜਥੇਦਾਰ ਸਾਹਿਬ ਹੀ ਦੱਸ ਸਕਦੇ ਜਿਨ੍ਹਾਂ ਨੇ ਸਟੇਟਮੈਂਟ ਦਿੱਤੀ ਵਿਰੋਧੀ ਕੌਣ ਨੇ ਜੀ। ਔਰ ਉਹਨਾਂ ਨੇ ਅੱਛੀ ਗੱਲ ਕਹੀ ਆ ਕਿ ਕੌਮ ਨੂੰ ਇਕਜੁੱਟ ਰਹਿਣਾ ਚਾਹੀਦਾ, ਮੈਂ ਸਹਿਮਤ ਹਾਂ ਉਹਨਾਂ ਦੇ ਨਾਲ, ਪਰ ਉਹਨਾਂ ਨੂੰ ਦੱਸਣਾ ਚਾਹੀਦਾ ਜਿਹੜਾ ਵਿਰੋਧੀ ਉਹਨੂੰ ਵੀ ਉਹਨਾਂ ਨੂੰ ਬੁਲਾ ਕੇ ਸਮਝਾਉਣਾ ਚਾਹੀਦਾ ਕਿ ਤੁਸੀਂ ਇਹ ਵਾਲਾ ਕੰਮ ਵਿਰੋਧ 'ਚ ਨਹੀਂ ਕਰ ਸਕਦੇ। ਪਰ ਸਭ ਤੋਂ ਵੱਡੀ ਗੱਲ ਤੇ ਆ ਕਿ ਅੱਜ ਉਹਨਾਂ ਨੂੰ ਜਿਹੜੇ ਲੋਕਾਂ ਨੂੰ ਵੀ ਬੁਲਾਉਣਾ ਚਾਹੁੰਦੇ ਨੇ, ਪਹਿਲਾਂ ਤੇ ਇਹ ਦੇਖਣ ਕਿ ਉਹਨਾਂ ਦੀ ਮੰਨਣਗੇ, ਕਿਉਂਕਿ ਜਥੇਦਾਰ ਸਾਹਿਬ ਨੂੰ ਵੀ ਇੱਕ ਗੱਲ ਦਾ ਜ਼ਰੂਰ ਜ਼ਿਹਨ 'ਚ ਰੱਖਣੀ ਚਾਹੀਦੀ ਆ ਕਿ ਜਿਸ ਪਾਰਟੀ ਨੂੰ ਆਪਾਂ ਪੰਥਕ ਪਾਰਟੀ ਕਹਿੰਦੇ ਮੰਨਣ ਨੂੰ ਤੇ ਉਹੀ ਤਿਆਰ ਨਹੀਂ ਜਥੇਦਾਰ ਸਾਹਿਬ ਦੀ ਗੱਲ, ਪਹਿਲਾਂ ਤੇ ਉਹਨਾਂ ਨੂੰ ਹੀ ਸਮਝਾਉਣ। ਦੇਖੋ, ਆਖਿਰਕਾਰ ਜਥੇਦਾਰ ਸਾਹਿਬ ਦੀ ਸਭ ਤੋਂ ਵੱਡੀ ਕੌਮ ਦੀ ਸਾਡੀ ਸਰਮੋਰ ਹਸਤੀ ਨੇ। ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜੀ ਕੌਮ ਦੀ ਜਥੇਬੰਦੀ ਮੰਨਣ ਨੂੰ ਤੇ ਉਹੀ ਤਿਆਰ ਨਹੀਂ। ਜਥੇਦਾਰ ਸਾਹਿਬ ਨੇ ਕਿਹਾ ਕਮੇਟੀ ਬਣਾਓ, ਉਹ ਅਲੱਗ-ਅਲੱਗ ਜਾ ਕੇ ਆਪਣਾ ਕੰਮ ਕਰਨ ਲੱਗ ਪਏ। ਤਾਂ ਮੈਂ ਬਿਲਕੁਲ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ, ਔਰ ਉਹ ਖੁਦ ਹੀ ਮੰਨਦੇ ਪਏ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਤੋਂ ਕਮਜ਼ੋਰ ਸੰਸਥਾ ਹੋ ਚੁੱਕੀ ਆ। ਉਹਨਾਂ ਨੇ ਆਪਣੀ ਗੱਲ 'ਚ ਇਸ ਗੱਲ ਨੂੰ ਬਾਰ-ਬਾਰ ਦੁਹਰਾਇਆ ਹੈ। ਉਹਨਾਂ ਇਸ ਗੱਲ ਨੂੰ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਹਾਸ਼ੀਏ ਤੇ ਆ ਗਈ ਔਰ ਉਹਦੇ ਬਹੁਤ ਲੋਕ ਉਹਦੇ ਲਈ ਜ਼ਿੰਮੇਵਾਰ ਨੇ। ਤੇ ਮੈਨੂੰ ਲੱਗਦਾ ਕਿ ਪਹਿਲਾਂ ਤੇ ਦੇਖਣ ਦੀ ਲੋੜ ਆ ਕੌਣ ਨੇ, ਉਹਨਾਂ ਨੂੰ ਬੋਲਣ। ਅਸੀਂ ਤੇ ਬਿਲਕੁਲ ਸਾਥ ਦਿਆਂਗੇ ਹਰ ਗੱਲ 'ਚ ਉਹਨਾਂ ਦਾ, ਸਾਡਾ ਤੇ ਮੈਂ ਤੇ ਪਹਿਲਾਂ ਤੋਂ ਇਹ ਗੱਲ ਤੋਂ ਵਿਸ਼ਵਾਸ ਰੱਖਦਾ ਹਾਂ। ਕਿਸ ਤਰ੍ਹਾਂ ਦੀ ਸਿਰਸਾ ਸਾਹਿਬ ਸਪਸ਼ਟਤਾ ਚਾਹੁੰਦੇ ਹੋ? ਕਿਸ ਤਰ੍ਹਾਂ ਦੀ ਤੁਹਾਡੇ ਜ਼ਿਹਨ 'ਚ ਕੁਝ ਤੇ ਹੋਣਾ? ਮੈਨੂੰ ਨਹੀਂ ਪਤਾ ਬਿਆਨ ਉਹਨਾਂ ਦਾ। ਦੇਖੋ ਜੀ, ਮੇਰੀ ਗੱਲ ਸੁਣੋ, ਸੁਪਰੀਮ ਕੋਰਟ 'ਚ ਇੱਕ ਗੱਲ ਕਹੀ ਜਾਂਦੀ ਆ ਕਿ ਜਿਹੜੀ ਜੱਜ ਨੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਨਾ, ਤੁਸੀਂ ਉਹਦੀ ਇੰਟਰਪ੍ਰੀਟੇਟ ਕੋਈ ਹੋਰ ਨਹੀਂ ਕਰ ਸਕਦਾ, ਖੁਦ ਹੀ ਕਰ ਸਕਦਾ ਹੈ। ਤਾਂ ਸਾਡੇ ਲਈ ਤਾਂ ਸੁਪਰੀਮ ਕੋਰਟ ਹੁਣ ਜਥੇਦਾਰ ਸਾਹਿਬ ਨੇ ਕੋਈ ਬਿਆਨ ਦਿੱਤਾ ਤੇ ਉਹਦੀ ਇੰਟਰਪ੍ਰੀਟੇਸ਼ਨ ਮੈਂ ਤਾਂ ਨਹੀਂ ਇੰਟਰਪ੍ਰੀਟ ਕਰ ਸਕਦਾ ਨਾ, ਤੇ ਉਹੀ ਦੱਸੋ ਕਿ ਉਹਨਾਂ ਦਾ ਕੀ ਮਤਲਬ ਆ।
ਪਰ ਮੈਂ ਇਹ ਜ਼ਰੂਰ ਚਾਹੁੰਦਾ ਕਿ ਉਹਨਾਂ ਨੇ ਗੱਲ ਬਿਲਕੁਲ ਦਰੁਸਤ ਕਹੀ ਆ, ਔਰ ਜਿਹੜੀਆਂ ਪਹਿਲਾਂ ਵੀ ਗੱਲਾਂ ਕਹੀਆਂ ਨੇ ਸਾਡੀ ਕੌਮ ਨੂੰ ਉੱਤੇ ਵਿਚਾਰਨਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਤੇ ਆ ਗਈ, ਇਸ ਗੱਲ ਨੂੰ ਵਿਚਾਰਨ ਦੀ ਲੋੜ ਆ, ਕਿਉਂ ਆਈ ਆ? ਸ਼੍ਰੋਮਣੀ ਕਮੇਟੀ ਅੱਜ ਹਾਸ਼ੀਏ ਤੇ ਕਿਉਂ, ਇਸ ਗੱਲ ਨੂੰ ਵਿਚਾਰਨ ਦੀ ਲੋੜ ਆ। ਔਰ ਮੈਂ ਹੁਣੇ ਹਰਮੀਤ ਸਿੰਘ ਕਾਲਕਾ ਦਾ ਬਿਆਨ ਸੁਣ ਰਿਹਾ ਸੀ, ਬੜੀ ਅੱਛੀ ਗੱਲ ਉਹਨਾਂ ਨੇ ਕਹੀ ਆ। ਅਗਰ ਉਹ ਚਾਹੁੰਦੇ ਨੇ ਕਿ ਦਿੱਲੀ ਕਮੇਟੀ ਨਹੀਂ ਕਰੇ, ਮੈਂ ਬਿਲਕੁਲ ਮੰਨਦਾ ਕਿ ਆਪਸ ਅੰਦਰ ਕੋਈ ਕਨਫਰੰਟ੍ਰੇਸ਼ਨ ਨਹੀਂ ਹੋਣੀ ਚਾਹੀਦੀ। ਕਦੀ ਸ਼੍ਰੋਮਣੀ ਕਮੇਟੀ ਅਸੀਂ ਦੇਖਦੇ ਹਾਂ ਦਿੱਲੀ ਪਹੁੰਚ ਜਾਂਦੀ ਆ, ਦਿੱਲੀ ਕਮੇਟੀ ਪੰਜਾਬ। ਦੇਖੋ ਮੈਂ ਤੇ ਜ਼ਰੂਰ ਕਹੂੰਗਾ ਕਿ ਮਿਲ ਵੰਡ ਕੇ ਉਹਨਾਂ ਨੂੰ ਸਾਰਿਆਂ ਨੂੰ ਇਸ ਕਰਕੇ ਕਰਨਾ ਚਾਹੀਦਾ ਹੈ। ਮੈਂ ਤੇ ਇਸ ਸਿਸਟਮ ਤੋਂ ਬਾਹਰ ਹਾਂ, ਪਰ ਮੈਨੂੰ ਕਹਿਣ ਦਾ ਕੋਈ ਅਧਿਕਾਰ ਤੇ ਨਹੀਂ, ਪਰ ਇੱਕ ਸਧਾਰਨ ਸਿੱਖ ਹੋਣ ਦੇ ਨਾਤੇ ਮੈਂ ਜ਼ਰੂਰ ਚਾਹੂੰਗਾ ਕਿ ਇਹਨਾਂ ਨੂੰ ਬੈਠ ਕੇ ਤੇ ਆਪਸ ਅੰਦਰ ਇਕਜੁੱਟਤਾ ਕਰਨੀ ਚਾਹੀਦੀ ਹੈ, ਤਾਂ ਕਿ ਬਾਹਰ ਮਜ਼ਾਕ ਨਾ ਸਾਡਾ ਉੱਠੇ। ਵਲਟੋਆ ਸਾਹਿਬ ਜੁੜੇ ਹੋਏ ਨੇ। ਵਲਟੋਆ ਸਾਹਿਬ, ਇਤਫਾਕ ਰੱਖਦੇ ਹੋ ਸਿਰਸਾ ਸਾਹਿਬ ਦੀ ਗੱਲ ਨਾਲ? ਦੇਖੋ, ਇਹ 'ਚ ਕੋਈ ਦਰਾਵਾ ਨਹੀਂ ਹੈ ਕਿ ਜੋ ਵਿਚਾਰ ਜਥੇਦਾਰ ਸਾਹਿਬ ਹੋਰਾਂ ਨੇ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਜੀ, ਉਹਨੂੰ ਐਕਸਪਲੇਨ ਤੇ ਉਹੀ ਕਰ ਸਕਦੇ ਨੇ ਜੀ, ਪਰ ਬੜਾ ਸਪਸ਼ਟ ਜਿਹਾ, ਬੜਾ ਸਾਫ਼ ਜਿਹਾ ਉਹਨਾਂ ਦਾ ਕਹਿਣਾ ਆ ਜੀ ਜੀ ਕਿ ਅੱਜ ਸਾਡੀਆਂ ਸਿੱਖ ਸੰਸਥਾਵਾਂ ਦੇ ਉੱਤੇ ਸਾਡੇ ਸਿੱਖਾਂ ਦੇ ਵਿੱਚ ਬੈਠੇ ਹੋਏ ਲੋਕ ਹੀ ਉਂਗਲਾਂ ਕਰਦੇ ਨੇ, ਕਿੰਤੂ ਪਰੰਤੂ ਕਰਦੇ ਨੇ, ਇਹ ਤਾਂ ਕੋਈ ਉਹਲਾ ਹੀ ਨਹੀਂ। ਔਰ ਦੂਸਰੇ ਬੰਨੇ ਜਿਹੜਾ ਆ ਕਾਲਕਾ ਸਾਹਿਬ ਕਹਿ ਕੇ ਕਿ ਜਿਹੜੇ ਲੋਕ 10 ਸਾਲ ਰਾਜ ਕਰਕੇ ਗਏ ਨੇ ਜਾਂ ਜਿਨ੍ਹਾਂ ਨੇ ਰਾਜ ਕੀਤਾ ਸ਼ਬਦ ਇਹਨਾਂ ਵਰਤਿਆ ਹੈ ਜੀ, ਤੇ ਕਾਲਕਾ ਸਾਹਿਬ ਤੁਸੀਂ ਵੀ ਉਹਦਾ ਹਿੱਸਾ ਸੀਗੇ। ਤੁਸੀਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਤੱਕੜੀ ਦੇ ਚੋਣ ਨਿਸ਼ਾਨ ਤੇ ਲੜਦੇ ਰਹੇ ਜੇ। ਅੱਜ ਵੱਖਰੀ ਗੱਲ ਕਿ ਤੁਹਾਡੀ ਅਮਿਤ ਸ਼ਾਹ ਦੇ ਨਾਲ ਯਾਰੀ ਪੈ ਗਈ ਹੈ, ਤੁਹਾਡੀ ਸਿਰਸਾ ਸਾਹਿਬ ਨੇ ਪਵਾਤੀ ਹੈ, ਤੁਹਾਡੀ ਮੋਦੀ ਸਾਹਿਬ ਨਾਲ ਸਾਂਝ ਪੈ ਗਈ ਹੈ, ਤੁਸੀਂ ਰਾਜ ਭਾਗ ਦੇ ਵੱਡੀ ਪੌੜੀ ਚੜ ਗਏ ਜੇ। ਤੁਹਾਨੂੰ ਨਿੱਕਿਆਂ ਦੀ ਲੋੜ ਕੋਈ ਨਹੀਂ ਹੈਗੀ, ਤੁਹਾਨੂੰ ਸਿੱਖਾਂ ਦੀ ਉਸ ਸੰਸਥਾ ਦੀ ਲੋੜ ਨਹੀਂ। ਅੱਜ ਤੁਹਾਡਾ ਫਰਜ਼ ਬਣਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਸਿਰਜਿਆ ਗਿਆ ਸੀਗਾ, ਉਹਦੀ ਮਜ਼ਬੂਤੀ ਵਾਸਤੇ ਅੱਜ ਡਟ ਕੇ ਖੜਦੇ। ਪਰ ਤੁਸੀਂ ਇਸ ਕਰਕੇ ਛੱਡ ਗਏ ਕਿ ਤੁਹਾਨੂੰ ਵੱਡੇ ਰਾਜ ਭਾਗ ਵਾਲੇ ਮਿਲ ਗਏ, ਵੱਡੇ ਰਾਜ ਭਾਗ ਜੁੜੇ ਹੋਏ ਨੇ। ਕਾਲਕਾ ਸਾਹਿਬ ਜੁੜੇ ਹੋਏ ਨੇ, ਆਪਾਂ ਕਾਲਕਾ ਸਾਹਿਬ ਜਵਾਬ ਦੇ ਦਿਓ। ਮੈਨੂੰ ਗੱਲ ਪੂਰੀ ਕਰ ਲੈਂਦੇ ਜੀ, ਮੈਨੂੰ ਗੱਲ ਪੂਰੀ ਕਰ ਲੈਂਦੇ, ਮੈਨੂੰ ਗੱਲ ਪੂਰੀ ਕਰ ਦਿਓ ਨਾ, ਮੈਨੂੰ ਗੱਲ ਪੂਰੀ ਤੇ ਕਰ ਲੈਂਦੋ ਜੀ। ਕਾਲਕਾ ਸਾਹਿਬ ਨਿੱਜੀ ਗੱਲਾਂ ਕਰਨ ਨੂੰ ਮੈਨੂੰ ਗੱਲ ਪੂਰੀ ਕਰ ਦਿਓ। ਮੇਰੇ ਕੋਲ ਬਹੁਤ ਗੱਲਾਂ ਹੈਗੀਆਂ ਨੇ, ਮਗਰ ਅਸੀਂ ਸਾਡਾ ਜਿਹੜਾ ਟੌਪਿਕ ਹੈ ਆਪਾਂ ਟੌਪਿਕ ਤੋਂ ਬਾਹਰ ਨਾ ਜਾਈਏ, ਆਪਾਂ ਜਥੇਦਾਰ ਸਾਹਿਬ ਦੀ ਗੱਲ ਕਰੀਏ। ਮੈਨੂੰ ਗੱਲ ਪੂਰੀ ਕਰ ਬਹੁਤ ਗੱਲਾਂ ਕਰ, ਮੈਨੂੰ ਗੱਲ ਪੂਰੀ ਕਰਨ ਦਿਓ। ਜ਼ਿੰਮੇਵਾਰ ਸੰਸਥਾਵਾਂ ਪਿੱਛੇ ਹਟ ਜਾਂਦੀਆਂ ਨੇ। ਕਾਲਕਾ ਸਾਹਿਬ ਨਹੀਂ, ਫਿਰ ਗੱਲ ਪੂਰੀ ਵਲਟੋਆ ਸਾਹਿਬ, ਮੈਨੂੰ ਗੱਲ ਪੂਰੀ ਕਰ ਦਿਓ ਨਾ ਜੀ। ਕਾਲਕਾ ਸਾਹਿਬ ਤੁਸੀਂ ਜਵਾਬ ਲੈ ਲਓ, ਤੁਸੀਂ ਜਵਾਬ ਲੈ ਲਓ ਵਲਟੋਆ ਸਾਹਿਬ, ਲੈ ਲਓ। ਕੋਈ ਗੱਲ ਨਹੀਂ, ਆਪਣੇ ਕੋਲੇ ਸਮਾਂ, ਤੁਸੀਂ ਆਪਾਂ ਕਰਦੇ ਆ ਗੱਲ ਖੁੱਲ ਕੇ, ਕੋਈ ਗੱਲ ਨਹੀਂ, ਸਮਾਂ ਤੂੰ ਕਾਲਕਾ ਸਾਹਿਬ ਨੂੰ ਜਵਾਬ ਦੇ ਲੈਣ ਦਿਓ। ਵਲਟੋਆ ਸਾਹਿਬ, ਗੱਲ ਤੁਸੀਂ ਏਜੰਡੇ ਤੇ ਰਹੋਗੇ ਤੇ ਬਹੁਤ ਵਧੀਆ ਰਹੇਗਾ। ਅਗਰ ਦੂਜੇ ਪਾਸੇ ਆਪਾਂ ਪਰਤਾ ਖੁੱਲਣ ਤੇ ਆਵਾਂਗੇ ਤੇ ਫਿਰ ਜਥੇਦਾਰ ਸਾਹਿਬ ਦੇ ਉਦੇਸ਼ ਦੇ ਉੱਤੇ ਗੱਲ ਹੀ ਨਹੀਂ ਕਰ ਰਹੇ। ਜਦ ਤੁਹਾਡੇ ਵਰਗਾ ਇੱਕ ਜ਼ਿੰਮੇਵਾਰ ਆਦਮੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਹੀ ਨਹੀਂ ਦੇ ਰਿਹਾ, ਤੇ ਮੈਨੂੰ ਨਹੀਂ ਸਮਝ ਆਉਂਦਾ ਕਿ ਆਪਾਂ ਕੌਮ ਦੀ ਕੀ ਏਕਤਾ ਦੀ ਗੱਲ ਕਰਾਂਗੇ। ਜਿਹੜੀ ਸਿੱਖਾਂ ਦੀ ਨੁਮਾਇੰਦਗੀ ਕਰ ਰਹੀ ਹੈ ਪਿਛਲੇ 50 ਸਾਲਾਂ ਤੋਂ, ਇੰਨੇ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਜਿਹੜੀ ਜਥੇਬੰਦੀ ਬਣੀ ਹੈ, ਕਮੇਟੀਆਂ ਬਣੀਆਂ, ਤੁਸੀਂ ਕਹਿਤਾ ਜੀ ਕਿ ਦਿੱਲੀ ਕਮੇਟੀ ਦਾ ਕੋਈ ਰੋਲ ਹੀ ਨਹੀਂ ਹੈ, ਤੇ ਫਿਰ ਤੇ ਗੱਲ ਹੀ ਮੁੱਕ ਜਾਂਦੀ ਹੈ। ਤੇ ਤੁਹਾਡੀ ਜਦ ਸੋਚ ਹੀ ਇੱਥੇ ਤੱਕ ਪਹੁੰਚਾਤੀ ਗਈ ਹੈ, ਹੁਣ ਤੁਹਾਡੀ ਨਿੱਜੀ ਸੋਚ ਜਾਂ ਤੁਹਾਡੀ ਪਾਰਟੀ ਦੀ ਸੋਚ ਮੈਂ ਨਹੀਂ ਸਮਝਦਾ। ਮਗਰ ਇਸ ਗੱਲ ਦਾ ਤੇ ਜਵਾਬ ਜਥੇਦਾਰ ਸਾਹਿਬ ਦੇ ਸਕਦੇ ਨੇ ਕਿ ਦਿੱਲੀ ਕਮੇਟੀ ਨੇ ਅਗਰ ਦਫ਼ਤਰ ਖੋਲਿਆ ਫਿਰ ਤੇ ਕੋਈ ਦਿੱਕਤ ਹੀ ਨਹੀਂ ਹੋਣੀ ਚਾਹੀਦੀ ਕਿਸੇ ਨੂੰ। ਔਰ ਅਗਰ ਪੰਥ ਦੀ ਸੇਵਾ ਕਰਨੀ ਸਾਡੀ ਇੱਕ ਗੁਰਸਿੱਖ ਦੀ ਸੇਵਾ ਗੱਲ ਹੈ। ਔਰ ਜਥੇਦਾਰ ਸਾਹਿਬ ਨੂੰ ਅਗਰ ਗਲਤ ਲੱਗਦਾ, ਮੈਂ ਬਾਰ-ਬਾਰ ਇੱਕੋ ਗੱਲ ਤੇ ਕਿ ਜਥੇਦਾਰ ਸਾਹਿਬ ਆਦੇਸ਼ ਦੇਣ। ਔਰ ਜਿਹੜੀ ਗੱਲ ਸਿਰਸਾ ਸਾਹਿਬ ਨੇ ਕਹੀ ਹੈ, ਇਹ ਵੀ ਵਿਚਾਰਨਯੋਗ ਬਹੁਤ ਜ਼ਿਆਦਾ ਹੈ ਕਿ ਕਿਆ ਜਥੇਦਾਰ ਸਾਹਿਬ ਦੀ ਗੱਲ, ਜਿਹੜੀ ਨੁਮਾਇੰਦਾ ਜਥੇਬੰਦੀ ਹੈ ਜਿਨ੍ਹਾਂ ਦੇ ਕਰਕੇ ਉਹ ਚੁਣੇ ਜਾਂਦੇ ਆ, ਕਿਆ ਉਹ ਅੱਜ ਉਹਨਾਂ ਦੀ ਗੱਲ ਮੰਨਦੀ ਹੈ? ਅੱਜ ਉਹਦਾ ਜਵਾਬ ਦਿੰਦੇ ਆਪਾਂ ਗੱਲ ਦੇ ਉੱਤੇ ਗੱਲ ਕਰੀਏ ਕਿ ਜਿਹੜੀ ਜਥੇਦਾਰ ਸਾਹਿਬ ਦੀ ਹੈ। ਹੁਣ ਤੁਸੀਂ ਕਹੋ ਜੀ ਕਿ ਸਾਨੂੰ ਦਿੱਲੀ ਦੇ ਵਿੱਚ ਬਹਿ ਕੇ ਜੇਕਰ ਆਪਾਂ ਕਮੇਟੀਆਂ ਸਰਕਾਰਾਂ ਦੇ ਨਾਲ ਨਹੀਂ ਜੀ, ਪਾਰਟੀ ਦੇ ਨਾਲ ਨਹੀਂ ਜੁੜਦੇ, ਅਸੀਂ ਸਾਡਾ ਕੰਮ ਹੈ ਅਸਲ ਦੇ ਵਿੱਚ ਕਾਲਕਾ ਸਾਹਿਬ ਗੱਲ ਇਹ ਹੈ, ਅਸਲ ਦੇ ਵਿੱਚ ਗੱਲ ਇਹ ਹੈ ਕਿ ਆਪਾਂ ਚਾਹੇ ਇਹ ਕਹੀ ਗਈਏ, ਸਿਰਸਾ ਸਾਹਿਬ ਸ਼ਾਇਦ ਫੋਨ ਕੱਟ ਗਏ ਹੈ, ਆਪਾਂ ਸ਼ਾਇਦ ਇਹ ਗੱਲ ਭਾਵੇਂ ਕਹੀ ਜਾਈਏ ਵੀ ਇੰਟਰਪ੍ਰੀਟੇਸ਼ਨ ਆਪਾਂ ਨਹੀਂ ਕਰ ਸਕਦੇ, ਪਰ ਇੰਟਰਪ੍ਰੀਟੇਸ਼ਨ ਤੇ ਉਹਦੀ ਹੋ ਜਾਂਦੀ ਹੈ। ਜਦੋਂ ਕੋਈ ਐਸਾ ਬਿਆਨ ਆਉਂਦਾ ਫਿਰ ਆਪਣੇ ਸਾਹਮਣੇ ਕੁਐਸਚਨ ਮਾਰਕ ਤੇ ਖੜੇ ਹੋ ਜਾਂਦੇ ਨੇ ਨਾ, ਫਿਰ ਆਪਾਂ ਉਸ ਡਾਇਰੈਕਸ਼ਨ ਦੇ ਵਿੱਚ ਘੱਟੋ ਘੱਟ ਗੱਲ ਤੇ ਕਰਾਂਗੇ। ਕਿਹੜਾ ਐਸਾ ਬਿਆਨ ਦਿੱਲੀ ਕਮੇਟੀ ਦੇ ਕਿਸੇ ਅਹੁਦੇਦਾਰ ਨੇ ਜਿਹੜਾ ਦਿੱਤਾ ਹੋਏ ਜਿਹਦੀ ਸਾਹਿਬ ਦੀ ਹੇਠੀ ਹੋਏ ਹੋਏ, ਜਿਹੜੇ ਸ਼੍ਰੋਮਣੀ ਕਮੇਟੀ ਜ਼ਿੰਮੇਵਾਰੀ ਮੁਨਕਰ ਹੋ ਰਹੀ ਹੈ, ਤੇ ਕਿਆ ਉਹਨਾਂ ਨੂੰ ਜਿੱਤਲਾਣਾ ਇੱਕ ਗੁਰਸਿੱਖ ਦਾ ਫਰਜ਼ ਨਹੀਂ ਹੈ? ਇੱਕ ਆਮ ਸਧਾਰਨ ਸਿੱਖ ਵੀ ਖੜੇ ਹੋ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੁੱਛ ਸਕਦਾ ਹੈ ਕਿ ਬਈ ਤੁਹਾਡੇ ਨੱਕ ਥੱਲੇ ਲੱਖ ਕੱਟ ਹੋ ਰਿਹਾ ਹੈ ਈਸਾਈਆਂ ਦਾ, ਕਿਆ ਤੁਹਾਡਾ ਜ਼ਿੰਮੇਵਾਰੀ ਨਹੀਂ ਬਣਦੀ ਹੈ ਕਿ ਆਪਾਂ ਸਿੱਖਾਂ ਨੂੰ ਇਹਦੇ ਉੱਤੇ ਜਾਗਰੂਕ ਕਰ ਸਕੀਏ? ਵਲਟੋਆ ਸਾਹਿਬ ਨੂੰ ਜਵਾਬ ਦੇ ਲੈਣ ਦਿਓ ਜੀ। ਵਲਟੋਆ ਸਾਹਿਬ, ਪਹਿਲੀ ਤੇ ਗੱਲ ਵਿਜੇਪਾਲ ਜੀ, ਮੈਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਹੋਣ ਦੇ ਉੱਤੇ
ਜਾਂ ਉਹਦੀ ਇੱਕ ਸੰਸਥਾ ਸਿੱਖ ਸੰਸਥਾ ਨਾ ਹੋਣ ਬਾਰੇ ਮੈਂ ਕੋਈ ਸ਼ਬਦ ਨਹੀਂ ਕਿਹਾ ਜੀ। ਮੈਂ ਉਹ ਬੜੀ ਕੁਰਬਾਨੀ ਦੇ ਨਾਲ ਬੜੇ ਮੋਰਚਾ ਲਾ ਕੇ ਕੌਮ ਨੇ ਹੋਂਦ ਵਿੱਚ ਲਿਆਂਦੀ ਹੈ ਜੀ ਜੀ। ਪਰ ਜਿੱਥੋਂ ਤੱਕ ਸੰਸਥਾਵਾਂ ਦੀ ਗੱਲ ਕਰੋਗੇ, ਸੰਸਥਾਵਾਂ ਤੇ ਬਹੁਤ ਨੇ, ਪਰ ਜਿਹੜੀਆਂ ਮੇਨ ਸਾਡੀ ਕੌਮ ਦੀ ਸਿੱਧੇ ਰੂਪ ਦੀ ਰਿਪਰੈਜ਼ੈਂਟੇਸ਼ਨ ਕਰਦੀਆਂ ਨੇ, ਮੈਂ ਉਹਨਾਂ ਸੰਸਥਾਵਾਂ ਦੀ ਗੱਲ ਕੀਤੀ ਹੈ ਜੀ। ਔਰ ਜਿਹੜੀ ਗੱਲ ਕਰਦੇ ਆ ਕਾਲਕਾ ਸਾਹਿਬ ਕਿ ਅਸੀਂ ਇੱਥੇ ਪ੍ਰਚਾਰ ਕੇਂਦਰ ਖੋਲ੍ਹਣਾ ਚਾਹੀਦਾ ਹੈ ਜੀ। ਜਿੱਥੇ ਵੀ ਕਿਤੇ ਸੇਵਾ ਕਰ ਸਕਦੇ, ਕਿਸੇ ਨੇ ਕਿੰਤੂ ਪਰੰਤੂ ਨਹੀਂ ਕੀਤਾ ਜੀ। ਮੇਰਾ ਖਿਆਲ ਜਥੇਦਾਰ ਸਾਹਿਬ ਹੋਰਾਂ ਦਾ ਵੀ ਇਸ ਪਾਸੇ ਕੋਈ ਕਿੰਤੂ ਪਰੰਤੂ ਨਹੀਂਗਾ। ਉਹਨਾਂ ਦਾ ਸਿਰਫ ਵੰਡੇ ਹੋਣ ਦੀ ਗੱਲ ਕੀਤੀ ਹੈ, ਵੰਡੇ ਹੋਣ ਦੀ ਗੱਲ ਕੀਤੀ ਹੈ। ਹਾਂਜੀ, ਉਹਨਾਂ ਨੇ ਸਿਰਫ ਵੰਡੇ ਹੋਣ ਦੀ ਗੱਲ ਕੀਤੀ ਹੈ। ਹਾਂ, ਵੰਡੇ ਹੋਣ ਦੀ ਗੱਲ ਕੀਤੀ ਹੈ ਜੀ। ਔਰ ਜਿੱਥੋਂ ਤੱਕ ਜਥੇਦਾਰ ਹੋਰਾਂ ਦਾ ਹੈਗਾ, ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਅਸੀਂ ਆਪ ਹੀ ਕਿੰਤੂ ਪਰੰਤੂ ਕਰ ਕਰਕੇ ਅਸੀਂ ਕਿਸੇ ਸ਼ਖਸੀਅਤ ਨੂੰ ਨਿੰਦਣ ਦੀ ਖਾਤਰ ਅਸੀਂ ਸੰਸਥਾਵਾਂ ਨੂੰ ਵੀ ਕਮਜ਼ੋਰ ਕਰ ਲਿਆ। ਹੁਣ ਜਿਹੜੀ ਹੈ ਮੈਂ ਕਾਲਕਾ ਸਾਹਿਬ ਨੂੰ ਪੁੱਛਣਾ ਚਾਹਣਾ ਹੈ ਜੀ ਕਿ 11 ਮੈਂਬਰੀ ਕਮੇਟੀ ਬਣੀ ਸੀ ਜਥੇਦਾਰ ਸਾਹਿਬ ਹਰਾਂ ਦੇ ਹੁਕਮ ਤੇ ਜੀ। ਅਜੇ ਪਹਿਲੀ ਮੀਟਿੰਗ ਹੋਈ ਤੇ ਤੁਸੀਂ ਕਿੰਤੂ ਪਰੰਤੂ ਕੀਤਾ ਉਸ ਕਮੇਟੀ ਤੇ? ਜੇ ਨਹੀਂ ਕੀਤਾ ਤਾਂ ਦੱਸ ਦਿਓ। ਕਿਹੜਾ ਕਿੰਤੂ ਪਰੰਤੂ ਕੀਤਾ? ਕਿਹੜਾ ਕਿੰਤੂ ਪਰੰਤੂ ਕੀਤਾ? ਉੱਥੇ ਇੱਕੋ ਗੱਲ, ਉਹ ਵੀ ਮੈਂ ਨਹੀਂ ਕਹੀ, ਦਾਦੂਵਾਲ ਸਾਹਿਬ ਨੇ ਕਹੀ ਹੈ ਕਿ ਰਾਜਨੀਤਿਕ ਬੰਦੇ ਇੱਥੇ ਨਹੀਂ ਹੋਣੇ ਚਾਹੀਦੇ, ਧਾਰਮਿਕ ਸਾਨੂੰ ਤੁਹਾਡੀ ਯਾਰੀ ਅੱਜ ਕੱਲ